Haryana Police have revoked their plan to impose National Security Act provisions on protesting farm leaders. Action will not be taken under the provisions of this law. Haryana Police requests all protesters and their leaders to maintain peace and cooperate in maintaining law and order. Several injured, vehicles damaged as farmers police clash at Kheri Chopta in Haryana's Hisar. Police used tear gas shells to prevent farmers from reaching Khanauri border point of Punjab and Haryana. ਜਦੋਂ ਉਹਨਾਂ ਨੇ ਟਰੈਕਟਰਾਂ ਦੀਆਂ ਚਾਬੀਆਂ ਖੋਹਣੀਆਂ ਚਾਹੀਆਂ ਤੇ ਉਹਨਾਂ ਨੇ ਇਸ ਦੇ ਉੱਤੇ ਰਿਐਕਟ ਕੀਤਾ ਔਰ ਇਹਦੇ 'ਚ ਬਹੁਤ ਸਾਰੇ ਜ਼ਖਮੀ ਹੋਏ ਨੇ ਉਹਨਾਂ 'ਚ ਇੱਧਰ ਉੱਧਰ। ਸੋ ਮਤਲਬ ਇਹ ਹੈ ਕਿ ਇਹ ਜਿਹੜੇ ਸਮਝਦੇ ਸੀ ਕਿ ਖਨੌਰੀ ਔਰ ਸ਼ੰਭੂ 'ਚ ਘੇਰ ਕੇ ਅਸੀਂ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ, ਹਰਿਆਣਾ ਜਾਂ ਦੂਜੇ 'ਚ ਨਹੀਂ ਹੈ। ਸੋ ਥੈਂਕਸ ਟੂ ਹਰਿਆਣਾ ਦੇ ਕਿਸਾਨ ਔਰ ਜਾਟ ਪਾਰਟਿਕੂਲਰਲੀ ਜਿਹੜੇ ਖਲੋਤੇ ਨੇ, ਉਹਨਾਂ ਦੇ ਬੀਜੇਪੀ ਲੀਡਰਾਂ ਦੇ ਮੋਦੀ, ਅਮਿਤ ਸ਼ਾਹ ਔਰ ਖੱਟੜ ਔਰ ਅਨਿਲ ਵਿਜ ਉਹਨਾਂ ਦਾ ਹੋਮ ਮਿਨਿਸਟਰ, ਉਹਨਾਂ ਦੇ ਪੁਤਲੇ ਥਾਂ ਥਾਂ ਹੀ ਸਾੜੇ ਗਏ ਨੇ। ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈੱਡਕੁਆਰਟਰਸ ਦੇ ਉੱਤੇ ਪ੍ਰੋਟੈਸਟ ਹੋਏ। ਪੰਜਾਬ ਦੀ ਟੈਰੀਟਰੀ 'ਚ ਆ ਕੇ ਗੋਲੇ ਦਾ ਗਏ, ਲਾਈਵ ਐਮਨੀਸ਼ਨ, ਬੰਦੇ ਚੁੱਕ ਕੇ ਲੈ ਗਏ। ਹੁਣ ਉਹਨੂੰ ਲੱਗਾ ਕਿ ਵੀ ਮੈਂ ਤਾਂ ਇਹ ਐਕਸਪੋਜ਼ ਹੋ ਰਿਹਾ। ਉਹਨੇ ਕਿਹਾ ਜੀ ਪੰਜਾਬ ਸਰਕਾਰ ਜਿਹੜਾ ਸ਼ੁਭਕਰਨ ਸਿੰਘ ਮਾਰਿਆ ਗਿਆ ਉਹਨੂੰ 1 ਕਰੋੜ ਕੰਪਨਸੇਸ਼ਨ ਪਰਿਵਾਰ ਨੂੰ ਦੇਗੀ, ਉਹਨਾਂ ਦੀ ਜਿਹੜੀ ਹੈ ਡਾਟਰ ਨੂੰ ਜੌਬ ਵੀ ਦਿੱਤਾ ਜਾਏਗਾ। 1 ਕਰੋੜ ਦੀ ਇਸ ਆਫਰ ਨੂੰ ਬਿਲਕੁਲ ਰਿਜੈਕਟ ਕਰਦੇ ਹਾਂ। ਜਦੋਂ ਤੱਕ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੇ ਖਿਲਾਫ FIR ਰਜਿਸਟਰ ਨਹੀਂ ਹੁੰਦੀ, ਅਸੀਂ ਚੈਨ ਨਾਲ ਨਹੀਂ ਬੈਠਾਂਗੇ, ਸਾਨੂੰ ਤੁਹਾਡਾ ਕੰਪਨਸੇਸ਼ਨ ਨਹੀਂ ਚਾਹੀਦਾ। ਔਰ ਉਹਨਾਂ ਨੇ ਕਿਹਾ ਵੀ ਉਦੋਂ ਤੱਕ ਅਸੀਂ ਪੋਸਟਮਾਰਟਮ ਵੀ ਨਹੀਂ ਹੋਣ ਦਿਆਂ। Public interest litigation is Supreme Court alleges violation of farmers' rights by centre. 4 states, the PIL seeks directions to relevant authorities to take immediate action against those who are defaming farmers and Sikhs. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿਚਲੀ ਕਿਸਾਨ ਮੂਵਮੈਂਟ ਹੁਣ ਸਿਰਫ ਸ਼ੰਭੂ ਅਤੇ ਖਨੌਰੀ ਬਾਰਡਰ ਤੱਕ ਸੀਮਿਤ ਨਾ ਹੋ ਕੇ ਹਰਿਆਣੇ ਵਿੱਚ ਵੀ ਅਸਰ-ਅੰਦਾਜ਼ ਹੋ ਰਹੀ ਹੈ। ਹਿਸਾਰ ਜ਼ਿਲ੍ਹੇ ਵਿੱਚ ਪੁਲਿਸ ਅਤੇ ਕਿਸਾਨਾਂ ਵਿੱਚ ਟਕਰਾਅ ਵਧਿਆ। ਪੰਜਾਬ ਦੀਆਂ ਕਿਸਾਨ ਬੰਦੀਆਂ ਵੱਲੋਂ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਤੇ ਇਨਸਾਫ ਲੈਣ ਲਈ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਵੀ ਲਿਆ ਗਿਆ ਹੈ ਔਰ ਕਿਸਾਨਾਂ ਵੱਲੋਂ ਬਲੈਕ ਡੇ ਵੀ ਮਨਾਇਆ ਗਿਆ ਅਤੇ BJP ਦੇ ਲੀਡਰਾਂ ਦੇ ਪੁਤਲੇ ਵੀ ਫੂਕੇ ਗਏ ਨੇ। ਸੋ ਕਿਸਾਨਾਂ ਦੀ ਤਾਰੀਫ ਵਿੱਚ ਮਸ਼ਹੂਰ ਸ਼ਾਇਰ ਫੈਜ਼ ਹੋਰਾਂ ਦੀ ਜਿਹੜੀ ਪੰਜਾਬੀ ਨਜ਼ਮ ਹੈ ਉਹ ਵੀ ਤੁਹਾਡੀ ਉਹਨਾਂ ਦੀ ਜਿਹੜੀ ਨਜ਼ਮ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਸਾਡਾ ਜਿਹੜਾ ਐਨਾਲਿਸਿਸ ਸੀ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਔਰ ਕੁੱਲ ਮਿਲਾ ਕੇ ਕਿਸਾਨ ਮੂਵਮੈਂਟ ਕਿੱਥੇ ਆ ਕੇ ਖੜੀ ਹੈ, ਇਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਕਿਉਂਕਿ ਇੱਕ ਦਿਨ ਪਹਿਲਾਂ ਜੋ 21 ਫਰਵਰੀ ਨੂੰ ਵਾਪਰਿਆ ਔਰ ਇਵੇਂ ਲੱਗਦਾ ਸੀ ਕਿ ਭਾਈ ਬਿਲਕੁਲ ਇਹਨਾਂ ਨੇ ਸਾਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ, ਪ੍ਰਾਈਡ ਸਾਡਾ ਹਰਟ ਹੋਇਆ ਔਰ ਜਿੱਥੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ, ਬਾਕੀ ਜ਼ਖਮੀ ਨੇ ਔਰ ਇਸ ਤਰ੍ਹਾਂ ਲੱਗਦਾ ਸੀ ਕਿ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਕਲੂਲੈਸ ਹੈ ਵੀ ਅੱਗੋਂ ਕੀ ਕਰਨਾ। ਕਿਉਂਕਿ ਜਿਹੜੀ ਉਹਨਾਂ ਦੀ ਲੀਡਰਾਂ ਦੀ ਸਟ੍ਰੈਟਜੀ ਸੀ ਔਰ ਉਹ ਉਹਨਾਂ ਦਾ ਸੀ ਕਿ ਜੀ ਵੀ ਅਸੀਂ ਤਾਂ ਨੌਜਵਾਨਾਂ ਨੂੰ ਨਹੀਂ ਅੱਗੇ ਰੋਣਾ, ਉਹਨਾਂ ਨੂੰ ਨਹੀਂ ਮਰਵਾਉਣਾ। ਡੱਲੇਵਾਲ ਜਾਂ ਪੰਦੇਰ ਦਾ ਸੀ ਵੀ ਅਸੀਂ ਅੱਗੇ ਜਾਵਾਂਗੇ, ਬਾਕੀ ਪਿੱਛੇ ਹੋਣਗੇ। ਤਾਂ ਉਹਨਾਂ ਨੂੰ ਸੀ ਵੀ ਅੱਗੋਂ ਗੱਲਬਾਤ ਲਈ ਕੋਈ ਆਏਗਾ ਜਾਂ ਵੱਧ ਤੋਂ ਵੱਧ ਅਰੈਸਟ ਕਰ ਲੈਣਗੇ ਜਾਂ ਦੂਸਰਾ ਹੋਏਗਾ। ਲੇਕਿਨ ਉਹਨਾਂ ਨੇ ਜਿਵੇਂ ਅੰਧਾ ਧੁੰਦ ਜਿਹੜੇ ਨੇ ਉਹ ਡਰੋਨ ਦੇ ਨਾਲ ਵੀ ਗੋਲੇ ਸੁੱਟੇ ਔਰ ਰਬੜ ਬੁਲੇਟਸ ਔਰ ਦੂਸਰੀਆਂ ਹੀ ਨਹੀਂ, ਪੂਰੀ ਜਿਹੜੀ ਹੈ ਲਾਈਵ ਐਮਨੀਸ਼ਨ ਦਾ ਇਸਤੇਮਾਲ। ਕਿਉਂਕਿ ਜਿਹੜੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਉਹ ਡਾਕਟਰਾਂ ਦਾ ਜਿਹੜੀ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਵੀ ਹੈ ਲਾਈਵ ਐਮਨੀਸ਼ਨ ਗੋਲੀ ਲੱਗਣ ਦੇ ਨਾਲ। ਔਰ ਹੁਣ ਤਾਂ ਉਹ ਵੀਡੀਓਜ਼ ਵੀ ਸਾਹਮਣੇ ਨੇ ਵੀ ਕਿਵੇਂ ਉਹਨਾਂ ਦਾ ਜਿਹੜਾ ਨੂੰਹ ਮੇਵਾਤ ਦਾ SP ਹੈ ਔਰ ਉਹ ਕਿਵੇਂ ਖੁਦ ਆਪਣੇ ਰਿਵਾਲਵਰ ਨਾਲ ਫਾਇਰ ਕਰ ਰਿਹਾ। ਔਰ ਇਹਦੇ ਬਾਵਜੂਦ ਉਹਨਾਂ ਦੀ ਸਾਈਡ ਦਾ ਤੁਸੀਂ ਪ੍ਰੈਸ ਬਰੀਫਿੰਗ ਜਾਂ ਪ੍ਰੈਸ ਨੂੰ ਐਡਰੈਸ ਦੇਖੋ, ਹਰਿਆਣੇ ਵਾਲਿਆਂ ਨੂੰ ਕਹਿੰਦੇ ਨਾ ਅਸੀਂ ਤਾਂ ਕੋਈ ਪੈਲਟ ਵੀ ਨਹੀਂ ਚਲਾਈ, ਅਸੀਂ ਤਾਂ ਕੋਈ ਲਾਈਵ ਤਾਂ ਦੂਰ ਦੀ ਗੱਲ, ਅਸੀਂ ਤਾਂ ਇਹ ਬਿਲਕੁਲ ਝੂਠ ਦਾ ਸਹਾਰਾ। ਔਰ ਇੱਧਰ ਉਹਨਾਂ ਨੇ ਪੂਰੇ ਖੋਲ ਇਕੱਠੇ ਕੀਤੇ ਹੋਏ ਨੇ ਵੀ ਆਹ ਪਾਰਟ ਹੋਇਆ।
ਲੇਕਿਨ ਜਿਹੜਾ ਉਹਨਾਂ ਦਾ ਇਨੀਸ਼ੀਅਲ ਸ਼ਾਇਦ ਹਕੂਮਤ ਦਾ ਇਹ ਅੰਦਾਜ਼ ਸੀ ਕਿ ਵੀ ਉਹਨਾਂ ਨੂੰ ਲੱਗਾ ਕਿ ਵੀ ਇਹ ਦੋ ਜਥੇਬੰਦੀਆਂ ਜਿਨ੍ਹਾਂ ਨੂੰ ਪਹਿਲਾਂ ਹੀ ਅਸੀਂ ਖਾਲਿਸਤਾਨੀ ਬਣਾਇਆ, ਉਹਨਾਂ ਦੇ ਗਲਾਂ 'ਚ ਕਿਰਪਾਨ ਪਾਈ ਹੋਈ ਹੈ ਔਰ ਸਿੱਖ ਜ਼ਾਹਰ ਹੈ ਕਿ ਵੀ ਪੂਰੀ ਪਛਾਣ ਦੇ ਨਾਲ ਨੇ, ਵੀ ਇਹ ਤਾਂ ਆਈਸੋਲੇਟ ਜੇ ਹੋ ਕੇ ਕਿਸਾਨ ਜਥੇਬੰਦੀਆਂ ਔਰ ਲੇਕਿਨ ਜਿਵੇਂ ਆਮ ਨੌਜਵਾਨੀ ਦਾ ਜਾਂ ਲੋਕਾਂ ਦੀ ਸਪੋਰਟ ਪਹਿਲੇ 4-5 ਦਿਨ ਦੇ ਵਿੱਚ ਹੀ ਮਿਲੀ ਉਹਨਾਂ ਨੂੰ, ਉਹਨੇ ਈਵਨ ਭਾਰਤੀ ਕਿਸਾਨ ਮੋਰਚੇ ਜਿਹੜੇ ਸੰਯੁਕਤ ਕਿਸਾਨ ਦਲ ਹੈ ਉਹਨਾਂ ਨੂੰ ਵੀ ਖੜਾ ਕਰਤਾ। ਉਹਨਾਂ ਨੂੰ ਵੀ ਲੱਗਾ ਵੀ ਇਹ ਤਾਂ ਸਾਡੇ ਹੱਥੋਂ ਗੁਰਜ ਗਈ, ਸੋ ਉਹਨਾਂ ਨੇ ਵੀ ਜਿਹੜਾ ਉਹ ਭੱਜ ਨੱਸ ਕੇ ਪ੍ਰੈਸ ਕਾਨਫਰੰਸ ਕਰ ਲਈ। ਪਰ ਚਲੋ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਜੇ ਕੋਈ ਭੁੱਲਿਆ ਸ਼ਾਮ ਨੂੰ ਘਰ ਆਉਂਦਾ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਜਨਰਲੀ ਮਤਲਬ ਇਹ ਹੁੰਦਾ ਵੀ ਤੁਸੀਂ ਡੋਰ ਓਪਨ ਰੱਖਦੇ ਹੋ ਔਰ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜਾ ਇੱਕ ਪ੍ਰਭਾਵ ਗਿਆ ਹੁਣ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਉਹ ਟੁਗੈਦਰਨੈਸ ਦਾ ਗਿਆ ਔਰ ਸ਼ਾਇਦ ਇਸ ਵੇਲੇ ਜਿਹੜੀ ਟਾਈਮਿੰਗ ਵੀ ਹੈ ਕਿਉਂਕਿ ਇੰਟਰਨੈਸ਼ਨਲੀ ਇੱਕ ਕਿਸਾਨ ਮੂਵਮੈਂਟ ਖੜੀ ਹੋਈ ਹੈ, ਉਹ ਇੱਕ ਵੱਖਰੇ ਰੀਜ਼ਨਸ ਨੇ ਹਰ ਇੱਕ ਦੇ, ਪਰ ਇਹ ਉਹ ਤਰਾਸਦੀ ਦੀ ਗੱਲ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਵੇਲੇ ਲਗਭਗ 9 ਮੁਲਕਾਂ ਦੇ ਵਿੱਚ ਇਹ ਮੂਵਮੈਂਟ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਅੱਜ ਹੀ ਈਵਨ ਐਸੋਸੀਏਟਡ ਪ੍ਰੈਸ ਜਿਹੜੀ ਦੁਨੀਆ ਦੀ ਵੱਡੀ ਰਿਪੋਰਟਿੰਗ ਹੈ ਪਾਰਟ, ਉਹਨਾਂ ਦੀ ਖਬਰ ਹੈ ਐਂਗਰੀ ਫ੍ਰੈਂਚ ਫਾਰਮਰਸ ਵਿਦ ਟਰੈਕਟਰਸ ਆਰ ਬੈਕ ਟੂ ਪੈਰਿਸ ਫॉर ਅਨਦਰ ਪ੍ਰੋਟੈਸਟ। ਆਲਰੇਡੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਪੈਰਿਸ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ they are demanding more government support and simpler regulations on the eve of a major agriculture fair in Paris। ਪੈਰਿਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਮੇਲਾ ਹੋ ਰਿਹਾ ਔਰ ਕਿਸਾਨ ਜਿਹੜੇ ਨੇ ਐਨ ਉਸ ਮੌਕੇ ਦੇ ਉੱਤੇ ਆ ਗਏ ਨੇ। dozens of tractors drove peacefully into a neighborhood on the capital's west side carrying flags from rural coordination, the farmers union that staged the protest. The protesters then posed with their tractors on a bridge over the Seine River with the Eiffel Tower in the background। ਹੁਣ ਆਈਫਲ ਟਾਵਰ ਤੇ ਲੱਖਾਂ ਵਿਜ਼ਟਰ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਨੇ ਟਰੈਕਟਰ ਰੋਕ ਕੇ ਜਿਹੜਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਲੇਟੈਸਟ ਪ੍ਰੋਟੈਸਟ ਨੇ 3 ਵੀਕ ਬਾਅਦ ਆਏ ਨੇ। 3 ਵੀਕ ਪਹਿਲਾਂ ਵੀ ਕਿਸਾਨਾਂ ਨੇ ਪੈਰਿਸ ਦੇ ਵਿੱਚ ਰੋਡ ਬਲੌਕਸ ਕੀਤੀਆਂ ਸੀ, ਬਾਕੀ ਮੁਲਕ ਦੇ ਵਿੱਚ ਵੀ, ਔਰ ਉਹਨਾਂ ਨੇ ਗਵਰਨਮੈਂਟ ਨੇ ਉਹਨਾਂ ਨੂੰ 400 ਮਿਲੀਅਨ ਯੂਰੋ ਇਹ ਆਫਰ ਕੀਤਾ ਕਿ ਜੀ ਅਸੀਂ ਤੁਹਾਡੀਆਂ ਗ੍ਰੀਵੈਂਸਿਸ, ਲੋ ਅਰਨਿੰਗਸ ਔਰ ਹੈਵੀ ਰੈਗੂਲੇਸ਼ਨ ਔਰ ਇਹ ਸਾਰਾ ਕਰਾਂਗੇ। ਔਰ ਇਸ ਦੇ ਉੱਤੇ ਉਹਨਾਂ ਨੇ ਤਾਂ ਇੱਕੋ ਹੀ ਉਹਨਾਂ ਦੇ ਐਕਸ ਦੇ ਉੱਤੇ ਕਿਹਾ ਸੇਵ ਆਵਰ ਐਗਰੀਕਲਚਰ। ਵਨ ਟਰੈਕਟਰ ਵਾਜ਼ ਕੈਰਿੰਗ ਅ ਪੋਸਟਰ ਰੀਡਿੰਗ ਡੈਥ ਇਜ਼ ਇਨ ਦਾ ਫੀਲਡ। ਹੁਣ ਇਹ ਇੱਕ ਪਾਸੇ ਇਹ ਸਭ ਹੋਣ ਦੇ ਬਾਵਜੂਦ ਕਿਸੇ ਨੇ ਉਹਨਾਂ ਦੇ ਕਿਸੇ ਕੋਰਟ ਨੇ ਨਹੀਂ ਕਿਹਾ ਕਿ ਜੀ ਤੁਸੀਂ ਟਰੈਕਟਰ ਤਾਂ ਇਹ ਤਾਂ ਮੋਟਰ ਵਹੀਕਲ ਐਕਟ ਦੀ ਵਾਇਓਲੇਸ਼ਨ ਹੈ, ਅਸੀਂ ਤਾਂ ਤੁਹਾਨੂੰ ਚਾਰਜ ਕਰਾਂਗੇ। ਤੇ ਕਿਸੇ ਨੇ ਨਹੀਂ ਕਿਹਾ ਜੀ ਉਹ ਟਰੈਕਟਰ ਉਹਨਾਂ ਨੇ ਮੋਡੀਫਾਈਡ ਟਰੈਕਟਰਸ ਲਾਈਕ ਟੈਂਕਸ, ਉਹ ਬੈਠਾ ਦਿੱਲੀ ਦਾ ਮੀਡੀਆ ਉਹਨਾਂ ਦਾ ਡਰਾ ਰਿਹਾ ਉਹ ਸ਼ਹਿਰੀ ਬਾਣੀਆਂ ਨੂੰ ਕਿ ਜੀ ਉਹ ਟੈਂਕ ਲੈ ਕੇ ਕਿਸਾਨ ਦਿੱਲੀ ਨੂੰ ਆ ਰਹੇ ਨੇ। ਜਿਵੇਂ ਉਹਨਾਂ ਦਾ ਉਹ ਠੀਕ ਕਿਹਾ ਇੱਕ ਨੇ, ਕਹਿੰਦੇ ਇਹਨਾਂ ਉੱਲੂ ਦੇ ਪੱਠਿਆਂ ਨੇ ਨਾ ਟੈਂਕ ਦੇਖਿਆ ਕਦੇ ਤੇ ਨਾ ਇਹਨਾਂ ਨੇ ਕਦੇ ਟਰੈਕਟਰ ਦੇਖਿਆ, ਤੇ ਉਹ ਬੈਠੇ ਟੀਵੀ ਦੇ ਸਾਹਮਣੇ ਉਹਨਾਂ ਨੂੰ ਉਹ ਜਿਹੜੇ ਨੇ ਉਹ 4-4 ਫੁੱਟੀਆਂ ਐਂਕਰਾਂ 8-8 ਫੁੱਟ ਉਛਲ ਕੇ ਦੱਸ ਰਹੀਆਂ ਨੇ ਕਿ ਜੀ ਇਹ ਜਿਹੜਾ ਉਹਨਾਂ ਨੇ ਟੈਂਕ ਉਹਨੂੰ ਟਰੈਕਟਰ ਨੂੰ ਟੈਂਕ ਬਣਾ ਦਿੱਤਾ। ਸੋ ਇਹ ਇੱਕ ਪਾਸੇ ਇਹ ਹਾਲਾਤ ਚੱਲ ਰਹੇ ਨੇ ਔਰ ਹਰਿਆਣਾ ਜਿੱਥੇ ਕਿ ਬਿਲਕੁਲ ਕਿਉਂਕਿ ਮਨੋਹਰ ਲਾਲ ਖੱਟੜ ਔਰ ਮੋਦੀ ਔਰ ਇਹਨਾਂ ਦੀ ਜਿਹੜੀ ਲਾਈਨ ਹੈ, ਇਹਨਾਂ ਨੂੰ ਇਹ ਲੱਗਾ ਕਿ ਵੀ ਇਸ ਵਾਰ ਦਿੱਲੀ ਤਾਂ ਪਹੁੰਚਣ ਹੀ ਨਹੀਂ ਦੇਣਾ, ਪਰ ਵਿਦਿਨ ਹਰਿਆਣੇ 'ਚ ਵੀ ਕਿਉਂਕਿ ਇਹਨਾਂ ਨੂੰ ਬਹੁਤ ਸਾਰੀ ਤਕਲੀਫ ਹੈ। ਕੱਲ੍ਹ ਵੀ ਜਦੋਂ ਅਸੀਂ ਚੰਦਰ ਸ਼ੇਖਰ ਆਜ਼ਾਦ ਦਾ ਟਵੀਟ ਜਾਂ ਮਾਰਕੰਡੇ ਕਾਟਜੂ ਜਾਂ ਸਤਪਾਲ ਮਲਿਕ ਜਿਹੜਾ ਵੱਡਾ ਜਾਟਾਂ ਦਾ ਲੀਡਰ ਹੈ, ਉਹਨਾਂ ਸਾਰਿਆਂ ਦੇ ਜਦੋਂ ਅਸੀਂ ਡਿਸਕਸ ਕੀਤੇ, ਹੋਰ ਵੀ ਸਾਡੇ ਤੱਕ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਹੁਣ ਉਸ ਜਾਟ ਹਾਰਟਲੈਂਡ ਤੋਂ ਵੀ ਪਹੁੰਚਦੀ ਹੈ। ਤੇ ਹਕੂਮਤ ਦੇ ਜਿਹੜੇ ਇਹਨਾਂ ਦੇ ਅੰਦਰਲੇ ਦਾਇਰਾਕਾਰ ਨੇ ਉਹ ਇਸ ਗੱਲ ਤੋਂ ਪਰੇਸ਼ਾਨ ਨੇ। ਉਹਨਾਂ ਨੇ ਤਾਂ ਸਿੱਖਾਂ ਨੂੰ ਆਈਸੋਲੇਟ ਕੀਤਾ ਹੋਇਆ ਸੀ, ਪਰ ਉਹ ਦੇਖ ਰਹੇ ਨੇ ਕਿ ਵੈਸਟਰਨ ਯੂਪੀ ਹੋਏ, ਹਰਿਆਣਾ ਹੋਏ, ਜਿਹੜੀ ਜਾਟ ਲੈਂਡ ਹੈ ਉਹਦੇ 'ਚ ਉਹ ਰਿਅਲਾਈਜ਼ ਕਰ ਰਹੇ ਨੇ। ਜਿਵੇਂ ਮਨੋਜ ਸਿੰਘ ਦੂਹਨ ਹੈ, ਉਹਨਾਂ ਨੇ ਤਾਂ ਫੁੱਲ ਫਲੈਜਡ ਮੂਵਮੈਂਟ ਚਲਾਈ ਹੋਈ ਹੈ ਕਿ ਉਹ ਜਾਟੋ ब्राह्मणों से अगर बचना है तो सिख बन जाओ, और उन्होंने खुद सिखी स्वरूप च ने और बहुत क्लैरिटी ऑफ थॉट है। और वो उन्होंने ईवन ਜਿਹੜੇ ਚੰਗੇ ਚੰਗੇ ਉਹਨਾਂ ਦੇ ਅਹੁਦੇਦਾਰ ਜਾਂ ਦੂਜੇ ਨੇ ਜਾਟ ਕਮਿਊਨਿਟੀ ਦੇ, ਉਹਨਾਂ ਨੂੰ ਜਾ ਕੇ ਉਹ ਪੂਰੀ ਇਸ ਦੇ ਉੱਤੇ ਕੰਮ ਕਰਦੇ ਨੇ ਕਿ ਭਾਈ ਤੁਹਾਡੀ ਕਲਿਆਣ ਨਹੀਂ ਹੋਣੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਹੈ। ਔਰ ਜਿਵੇਂ ਅਸੀਂ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕੀਤੀ, ਵੱਡਾ
ਦਲਿਤ ਲੀਡਰ ਹੈ। ਹੁਣ ਜੇ ਇਹ ਸਟ੍ਰੈਟਜੀ ਹੋਏ ਔਰ ਇਹੀ ਕਾਰਨ ਹੈ ਕਿ ਇਹਨਾਂ ਨੇ ਜਿਹੜੇ ਸੋ ਕਾਲਡ ਪੈਰਾਮਿਲਟਰੀ ਵਾਲੇ ਲਿਆਂਦੇ, ਜਿਹੜੇ ਬਹੁਤ ਸਾਰੇ ਯੂਪੀ ਬਿਹਾਰ ਦਾ ਜਿਹੜਾ ਇਸ ਕਿਸਮ ਦਾ, ਉਹ ਵੀ ਉਹਨਾਂ ਨੂੰ ਆਰਡਰ ਇਜ਼ ਆਰਡਰ ਦੇ ਥੱਲੇ ਲਿਆਂਦੇ ਨੇ, ਕਿਉਂਕਿ ਉਹਨਾਂ ਨੂੰ ਈਵਨ ਹੁਣ ਹਰਿਆਣੇ ਦੀ ਜਿਹੜੀ ਜਾਟ ਪੁਲਿਸ ਹੈ ਜਾਂ ਉਹਨਾਂ ਦੇ ਸਟਰਕਚਰ, ਉਹਦੇ ਤੇ ਵੀ ਇਤਬਾਰ ਨਹੀਂ। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਇਹਨਾਂ ਦੀ ਸਿੰਪੈਥੀ ਅਲਟੀਮੇਟਲੀ ਤਾਂ ਸਾਰੇ ਹੁਣ ਕਹਿਣ ਨੂੰ ਤਾਂ ਈਵਨ ਜਿਹੜੇ ਸ਼ੰਭੂ ਬੈਠੇ ਸੀ ਸਿੱਖ ਕਿਸਾਨ, ਤੁਸੀਂ ਉਹਨਾਂ ਦਾ ਵੱਡਾਪਨ ਦੇਖੋ। ਉੱਥੇ ਲੰਗਰ ਜਾਂ ਦੂਜਾ ਤਿਆਰ ਹੋ ਰਿਹਾ, ਉਹ ਕਹਿ ਰਹੇ ਜੀ ਇੱਧਰ ਪੰਜਾਬ ਪੁਲਿਸ ਹੈ, ਉਹਨਾਂ ਨੂੰ ਵੀ ਅਸੀਂ ਲੰਗਰ ਦੇ ਕੇ ਆਉਂਦੇ, ਉਹ ਵੀ ਲੰਗਰ ਛਕਦੇ ਨੇ, ਤੇ ਜਿਹੜੇ ਦੂਜੇ ਹਰਿਆਣੇ ਵਾਲੇ ਗੋਲੀਆਂ ਦਾਗਣ ਨੂੰ ਬੈਠੇ ਨੇ, ਉਹਨਾਂ ਨੂੰ ਵੀ ਲੰਗਰ ਤੇ ਗੰਨੇ ਦਾ ਰਸ ਪਿਆ ਰਹੇ ਨੇ ਜਾ ਕੇ। ਤੇ ਉਹ ਇੱਕ ਨੂੰ ਕਹਿ ਰਹੇ ਨੇ ਵੀ ਇਹ ਤੁਹਾਡੇ ਤੇ ਇਹਨਾਂ ਨੇ ਟੀਅਰ ਗੈਸ ਦਾਗੀ ਆ ਜਾਂ ਦੂਜੀ, ਕਹਿੰਦੇ ਨਹੀਂ ਇਹ ਵੀ ਕਿਸਾਨ ਦੇ ਬੇਟੇ ਨੇ, ਵੀ ਇੱਥੇ ਕੋਈ ਮੋਦੀ ਅਮਿਤ ਸ਼ਾਹ ਜਾਂ ਬਾਣੀਆਂ ਦੇ ਪੁੱਤਰ ਨਹੀਂ ਨੇ, ਅਸੀਂ ਵੀ ਕਿਸਾਨ ਦੇ ਬੇਟੇ ਹਾਂ, ਜਵਾਨ ਵੀ ਸਾਡੇ ਕਿਸਾਨ ਨੇ, ਕਿਉਂਕਿ ਕਿਸਾਨ ਗਰੀਬਾਂ ਦੇ ਪੁੱਤਰ ਹੀ ਨੇ ਜਿਹੜੇ ਇਸ ਪਾਸੇ ਜਾ ਰਹੇ ਨੇ। ਹੁਣ ਇੱਕ ਔਰ ਇਹ ਜਿਹੜਾ ਵਰਤਾਰਾ ਹੈ ਅਲਟੀਮੇਟਲੀ ਕਿੰਨਾ ਕੁ ਕੋਈ ਪੱਥਰ ਦਿਲ ਹੋਏਗਾ। 100 ਚੋਂ 10 ਰਹਿਣ ਵੀ ਪੱਥਰ ਦਿਲ, ਜੇ 90 ਪੱਥਰ ਮੈਲਟ ਹੋ ਕੇ ਮੋਮ ਬਣ ਜਾਂਦੇ ਨੇ ਤੇ ਇਹਨਾਂ ਦਾ ਕੰਮ ਤਾਂ ਖਤਮ ਹੋ ਜਾਂਦਾ ਜਿਨ੍ਹਾਂ ਦੇ ਰਾਹੀਂ ਇਹ ਕਰ ਰਹੇ ਨੇ। ਔਰ ਹੁਣ ਇਹਨਾਂ ਨੇ ਹਰਿਆਣੇ ਦੇ ਵਿੱਚ ਫਿਰ ਜਦੋਂ ਅਸੀਂ ਕੱਲ ਇਹ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਆਰਡਰ ਕੱਢਿਆ ਕਿਸਾਨ ਲੀਡਰਾਂ ਦੇ ਘਰ ਦੇ ਬਾਹਰ ਇੱਕ ਦੇ ਲਾਇਆ ਕਿ ਜੇ ਤੁਸੀਂ ਮੂਵਮੈਂਟ 'ਚ ਹਿੱਸਾ ਲਿਆ ਤੇ ਤੁਹਾਡੀ ਪ੍ਰਾਪਰਟੀ ਜ਼ਬਤ ਕਰ ਲਈ ਜਾਏਗੀ, ਬੈਂਕ ਅਕਾਊਂਟ ਫਰੀਜ਼ ਕਰਤਾ ਜਾਏਗਾ। ਇਹਦਾ ਬੜਾ ਰੌਲਾ ਪਿਆ ਇੱਕਦਮ ਕਿ ਵੀ ਇਹ ਕੀ ਹੈ, NSA ਲਾ ਦੇਾਂਗੇ। ਔਰ ਅੱਜ ਉਹਨਾਂ ਨੇ ਆਇਆ ਕਿ ਬਿਗ ਬ੍ਰੇਕਿੰਗ, ਹਰਿਆਣਾ ਪੁਲਿਸ ਹੈਵ ਰਿਵੋਕਡ देयर plan to impose National Security Act provisions on protesting farm leaders. Action will not be taken under the provisions of this law. Haryana Police requests all protesters and their leaders to maintain peace and cooperate in maintaining law and order. कि जी फौरन उन्होंने रिवोक किया नहीं असी NSA थले एक्शन नहीं रहना। हालांकि उन्होंने वैबसाइट ते अजे भी यही शो कर रहे और हिसार दे विच फिर फाइनली जदों कोई उन्होंने धक्का करना चाहा पुलिस ने ट्रैक्टरां ਦੀਆਂ ਚਾਬੀਆਂ ਖੋਣੀਆਂ ਚਾਹੀਆਂ ਕਿਸਾਨਾਂ ਤੋਂ ਤੇ ਉਹਨਾਂ ਨੇ ਜਿਹੜਾ ਫਿਰ ਜਵਾਬੀ ਜਵਾਬ ਦਿੱਤਾ ਔਰ ਉਹਦੇ ਥੱਲੇ ਫਾਰਮਰਸ ਪ੍ਰੋਟੈਸਟ several injured, vehicles damaged as farmers police clash at Kheri Chopta in Haryana's Hisar. Police used tear gas shells to prevent farmers from reaching Khanori border point of Punjab and Haryana. ਹੁਣ ਹਰਿਆਣੇ ਦੇ ਜਿਹੜੇ ਜਾਟ ਕਿਸਾਨ ਨੇ ਉਹ ਜਿਹੜੇ ਨੇ ਉਬਲ ਰਹੇ ਨੇ ਵੀ ਅਸੀਂ ਖਨੌਰੀ ਜਾਣਾ ਜਾ ਔਰ ਇਹ ਹਿਸਾਰ 'ਚ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ 'ਚ ਫਿਰ ਟੱਕਰ ਹੋਈ ਔਰ ਪੁਲਿਸ ਨੇ ਟੀਅਰ ਗੈਸ ਛੱਲ ਛੱਡੇ ਔਰ ਫਿਰ ਉਹਨਾਂ ਨੇ ਕਿਸਾਨਾਂ ਨੇ ਵੀ ਅਕੋਰਡਿੰਗ ਟੂ ਸੋਰਸਿਸ a scuffle ensued between police and protesting farmers after some cops started snatching the keys of tractors. ਜਦੋਂ ਉਹਨਾਂ ਨੇ ਟਰੈਕਟਰਾਂ ਦੀਆਂ ਚਾਬੀਆਂ ਖੋਹਣੀਆਂ ਚਾਹੀਆਂ ਤੇ ਉਹਨਾਂ ਨੇ ਇਸ ਦੇ ਉੱਤੇ ਰਿਐਕਟ ਕੀਤਾ ਔਰ ਇਹਦੇ 'ਚ ਬਹੁਤ ਸਾਰੇ ਜ਼ਖਮੀ ਹੋਏ ਨੇ ਉਹਨਾਂ 'ਚ ਇੱਧਰ ਉੱਧਰ। ਸੋ ਮਤਲਬ ਇਹ ਹੈ ਕਿ ਇਹ ਜਿਹੜੇ ਸਮਝਦੇ ਸੀ ਕਿ ਖਨੌਰੀ ਔਰ ਸ਼ੰਭੂ 'ਚ ਘੇਰ ਕੇ ਅਸੀਂ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ, ਹਰਿਆਣਾ ਜਾਂ ਦੂਜੇ 'ਚ ਨਹੀਂ ਹੈ। ਸੋ ਥੈਂਕਸ ਟੂ ਹਰਿਆਣਾ ਦੇ ਕਿਸਾਨ ਔਰ ਜਾਟ ਪਾਰਟਿਕੂਲਰਲੀ ਜਿਹੜੇ ਖਲੋਤੇ ਨੇ ਔਰ ਇਹਦੇ 'ਚ ਹੁਣ ਈਵਨ ਜੋ ਕੁਛ ਇਹਨਾਂ ਨੇ ਕੀਤਾ ਇਹ ਵੀ ਖਬਰਾਂ ਹੁਣ ਜਿਹੜਾ ਕਿਸਾਨ ਮੋਰਚਾ ਵੀ ਜਾਗਿਆ, ਸੰਯੁਕਤ ਕਿਸਾਨ ਮੋਰਚਾ। ਸੰਯੁਕਤ ਕਿਸਾਨ ਮੋਰਚਾ observes Black Day, burns effigies of BJP leaders. ਹੁਣ ਉਹਨਾਂ ਦੇ BJP ਲੀਡਰਾਂ ਦੇ ਮੋਦੀ, ਅਮਿਤ ਸ਼ਾਹ ਔਰ ਖੱਟੜ ਔਰ ਅਨਿਲ ਵਿਜ ਉਹਨਾਂ ਦਾ ਹੋਮ ਮਿਨਿਸਟਰ, ਉਹਨਾਂ ਦੇ ਪੁਤਲੇ ਥਾਂ ਥਾਂ ਹੀ ਸਾੜੇ ਗਏ ਨੇ। ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈੱਡਕੁਆਰਟਰਸ ਦੇ ਉੱਤੇ ਪ੍ਰੋਟੈਸਟ ਹੋਏ ਔਰ ਇਸੇ ਤਰ੍ਹਾਂ ਉਹਨਾਂ ਨੇ ਫਿਰ ਥੱਲੇ ਪੂਰਾ ਹੈ ਕਿ ਵੀ ਕਿੱਥੇ ਕਿੱਥੇ ਪੁਤਲੇ ਸਾੜੇ ਗਏ ਔਰ ਕਿੱਥੇ ਕਿੱਥੇ ਪ੍ਰੋਟੈਸਟ ਹੋਏ। ਮੈਂ ਬਹੁਤੀ ਵੇਰਵੇ 'ਚ ਨਹੀਂ ਜਾਵਾਂਗਾ। ਔਰ ਨਾਲ ਦੀ ਨਾਲ ਜਦੋਂ ਹੁਣ ਭਗਵੰਤ ਮਾਨ ਦੇ ਉੱਤੇ ਵੀ ਹੋ ਰਿਹਾ ਵੀ ਤੂੰ ਚੀਫ ਮਿਨਿਸਟਰ ਹੈ ਕਿ ਸਰਕਸ ਦਾ ਜੋਕਰ ਹੈ ਕਿ ਵੀ ਪੰਜਾਬ ਦੀ ਟੈਰੀਟਰੀ 'ਚ ਆ ਕੇ ਗੋਲੇ ਦਾਗ ਗਏ, ਲਾਈਵ ਐਮਨੀਸ਼ਨ ਬੰਦੇ ਚੁੱਕ ਕੇ ਲੈ ਗਏ। ਹੁਣ ਉਹਨੂੰ ਲੱਗਾ ਕਿ ਵੀ ਮੈਂ ਤਾਂ ਇਹ ਐਕਸਪੋਜ਼ ਹੋ ਰਿਹਾ। ਉਹਨੇ ਕਿਹਾ ਜੀ ਪੰਜਾਬ ਸਰਕਾਰ ਜਿਹੜਾ ਸ਼ੁਭਕਰਨ ਸਿੰਘ ਮਾਰਿਆ ਗਿਆ ਉਹਨੂੰ 1 ਕਰੋੜ ਕੰਪਨਸੇਸ਼ਨ ਪਰਿਵਾਰ ਨੂੰ ਦੇਗੀ, ਉਹਨਾਂ ਦੀ ਜਿਹੜੀ ਹੈ ਡਾਟਰ ਨੂੰ ਜੌਬ ਵੀ ਦਿੱਤਾ ਜਾਏਗਾ। ਲੇਕਿਨ ਉਹਨਾਂ ਦੇ ਈਵਨ ਸ਼ੁਭਕਰਨ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਔਰ ਕਿਸਾਨਾਂ ਨੇ ਕਿਹਾ ਬਿਲਕੁਲ ਅਸੀਂ ਤੁਹਾਡੀ 1 ਕਰੋੜ ਦੀ ਇਸ ਆਫਰ ਨੂੰ ਬਿਲਕੁਲ ਰਿਜੈਕਟ ਕਰਦੇ ਹਾਂ ਜਦੋਂ ਤੱਕ
ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੇ ਖਿਲਾਫ FIR ਰਜਿਸਟਰ ਨਹੀਂ ਹੁੰਦੀ, ਅਸੀਂ ਚੈਨ ਨਾਲ ਨਹੀਂ ਬੈਠਾਂਗੇ, ਸਾਨੂੰ ਤੁਹਾਡਾ ਕੰਪਨਸੇਸ਼ਨ ਨਹੀਂ ਚਾਹੀਦਾ। ਔਰ ਉਹਨਾਂ ਨੇ ਕਿਹਾ ਵੀ ਉਦੋਂ ਤੱਕ ਅਸੀਂ ਪੋਸਟਮਾਰਟਮ ਵੀ ਨਹੀਂ ਹੋਣ ਦਿਆਂ, ਕਿਉਂਕਿ ਪੋਸਟਮਾਰਟਮ ਕਰਨ ਤੋਂ ਪਹਿਲਾਂ ਜਿਹੜਾ ਇਮੀਡੀਏਟ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦੀ ਕੰਸੈਂਟ ਜ਼ਰੂਰੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਵੀ ਦੇ ਵਿਲ ਨਾਟ ਅਲਾਉ ਦਾ ਪੋਸਟਮਾਰਟਮ ਟੂ ਬੀ ਡਨ। ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਦੂਸਰੇ ਪਾਸੇ ਇਹ ਦੇਖਦੇ ਹਾਂ ਵੀ ਈਵਨ ਇਸ ਮੁੱਦੇ ਦੇ ਉੱਤੇ ਦਲ ਖਾਲਸਾ ਦੇ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਨੇ ਐਡਵੋਕੇਟ ਹਰਪਾਲ ਸਿੰਘ ਚੀਮਾ ਹੋਰਾਂ ਦੇ ਵੀ ਸਟੇਟਮੈਂਟ ਹੈ। ਉਹਨਾਂ ਨੇ ਦੋਸ਼ ਲਾਇਆ ਭਗਵੰਤ ਮਾਨ ਤੇ ਕਿ ਉਹ ਦੱਸਣ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਲਈ ਕੇਂਦਰੀ ਹੋਮ ਸੈਕਟਰੀ ਵਿਰੁੱਧ ਕਤਲ ਦਾ ਮੁਕੱਦਮਾ ਹੁਣ ਤੱਕ ਦਰਜ ਕਿਉਂ ਨਹੀਂ ਕੀਤਾ ਗਿਆ, ਕਿ ਭਾਈ ਇਹ ਸਾਰੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ। ਔਰ ਉਹਨਾਂ ਨੇ ਪ੍ਰੈਸ ਦੇ ਨਾਂ ਜਿਹੜਾ ਇਹ ਕਿਹਾ ਕਿ ਹਰਿਆਣੇ ਦੀ ਖੱਟੜ ਹਕੂਮਤ ਗੋਲੀਆਂ ਦਾ ਮੀਂਹ ਵਰਾਇਆ, ਪੰਜਾਬ ਅੰਦਰ ਡਰੋਨ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ, ਪੈਲਟ ਗਨ ਵਰਤੀ, ਪੰਜਾਬ ਅੰਦਰ ਵੜ ਕੇ ਕਿਸਾਨਾਂ ਨੂੰ ਕੁੱਟਿਆ। ਪਰ ਭਗਵੰਤ ਮਾਨ ਤੇ ਉਸਦੇ ਸਾਥੀਆਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ, ਗਦਾਰੀ ਵਾਲਾ ਰੋਲ ਕਰ ਰਹੇ ਨੇ। ਔਰ ਹੁਣ ਈਵਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ। ਪਬਲਿਕ ਇੰਟਰਸਟ ਲਿਟੀਗੇਸ਼ਨ ਇਜ਼ ਸੁਪਰੀਮ ਕੋਰਟ ਅਲੈਜਿਸ violation of farmers' rights by center. 4 states, the PIL seeks directions to relevant authorities to take immediate action against those who are defaming farmers and Sikhs. ਕਿ ਇੱਕ ਪਾਸੇ ਤੁਸੀਂ ਦਿੱਲੀ ਦਾ ਰਸਤਾ ਬੰਦ ਕਰਤਾ ਹੈ, ਇੱਕ ਸਟੇਟ ਨੂੰ ਦੂਜੇ, ਕਿਹੜਾ ਫੈਡਰਲ ਲਾਅ ਹੈ ਜਿਹਦੇ ਥੱਲੇ ਜੇ ਪੰਜਾਬ ਵੀ ਉਸ ਕਿਸਮ ਦੀ ਕੰਧ ਖੜੀ ਕਰਕੇ ਪੱਕਾ ਬਾਰਡਰ ਬਣਾ ਦੇ ਤੇ ਇੱਧਰ ਪਾਕਿਸਤਾਨ ਨੂੰ ਅਸੀਂ ਕਹੀਏ ਕਿ ਜੀ ਖੋਲ ਦਿਓ, ਇਧਰੋਂ ਹੁਸੈਨੀ ਵਾਲਾ ਵੀ ਔਰ ਵਾਘਾ ਵੀ ਸਾਡੇ ਲਈ ਤਾਂ ਵੈਸੇ ਵੀ ਲਾਹੌਰ ਨੇੜੇ ਹੈ, ਦਿੱਲੀ ਤਾਂ ਦੂਰ ਹੈ। ਫਿਰ ਹੁਣ ਹਾਲਾਤ ਉਧਰ ਵੱਲ ਨੂੰ ਹੀ ਜਾ ਰਹੇ ਨੇ। ਇਹਨਾਂ ਨੂੰ ਜਿਵੇਂ ਇਹ ਹੁੰਦਾ ਹੈ ਕਿ ਵੀ ਜਿਹੜਾ ਬੰਦਾ ਹੰਕਾਰਿਆ ਹੁੰਦਾ ਅਲਟੀਮੇਟਲੀ ਉਹਦਾ ਹੰਕਾਰ ਹੀ ਉਹਨੂੰ ਫਨਾਹ ਕਰ ਰਿਹਾ ਹੁੰਦਾ। ਇਹੀ ਹਾਲਾਤ ਉਧਰ ਦੇ ਨੇ। ਔਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਵੀ ਯਾਦ ਆ ਗਿਆ, ਪੁਲਿਸ ਕੰਡਕਟ ਇਜ਼ ਕਰੂਸ਼ਲ ਇਨ ਅਪਹੋਲਡਿੰਗ ਪਬਲਿਕ ਟਰਸਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਕਿ ਜੀ ਲੋਕਾਂ ਦਾ ਲੈਂਡਮਾਰਕ ਜਜਮੈਂਟ ਉਹਨਾਂ ਨੇ ਦਿੱਤੀ ਹੈ ਕਿ ਜਿਹੜੇ ਹੈ ਪੁਲਿਸ ਦਾ ਕੰਡਕਟ ਇੰਪੋਰਟੈਂਟ। ਇਹ ਸਭ ਡਰਾਮੇਬਾਜ਼ੀਆਂ ਨੇ। ਹਕੀਕਤ ਇਹ ਹੈ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਆਲਰੇਡੀ ਹਕੂਮਤ ਵੀ ਉਹਨਾਂ ਦੀ, ਬਿਊਰੋਕਰੇਸੀ ਵੀ ਉਹਨਾਂ ਦੀ, ਮੀਡੀਆ ਵੀ ਉਹਨਾਂ ਦਾ, ਤੇ ਜੁਡੀਸ਼ਰੀ ਜਿਹੜੀ ਹੈ ਉਹ ਵੀ ਹਿੰਦੂਤਵਾ ਦੇ ਰੰਗ 'ਚ ਰੰਗੀ ਹੋਈ ਹੈ। ਪਰ ਇਹ ਸਭ ਦੇ ਚੱਲਦੇ ਆ ਫਿਰ ਉਹ ਟਰੱਕਾਂ ਦੇ ਪਿੱਛੇ ਜਾਂ ਟੈਂਪੂਆਂ ਦੇ ਪਿੱਛੇ ਜਾਂ ਜਿਹੜੀ ਹੈ ਰਿਕਸ਼ਿਆਂ ਦੇ ਪਿੱਛੇ ਲਿਖੀ ਉਹ ਲਾਈਨ ਯਾਦ ਆ ਜਾਂਦੀ ਹੈ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ। ਇਹ ਜੋ ਕਰ ਰਹੇ ਨੇ ਕਰਤੂਤਾਂ ਉਹਦੇ ਲਈ ਜਵਾਬਦੇਹ ਬਣਾਏ ਜਾਣਗੇ। ਸਾਡਾ ਫੇਥ ਈਮਾਨ ਗੁਰੂ ਦੇ ਉੱਤੇ ਹੈ ਔਰ ਜਿਹੜੀ ਸਿੱਖ ਸਪਿਰਿਟ ਹੈ, ਜਿਹੜੀ 10 ਗੁਰੂ ਸਾਹਿਬਾਨ ਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ ਜ਼ੁਲਮ ਦੇ ਅੱਗੇ ਖੜਨ ਦੀ, ਜ਼ੁਲਮ ਨੂੰ ਵੰਗਾਰਨ ਦੀ। ਔਰ ਮੈਂ ਜਦੋਂ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦਾ ਦੇਖ ਰਿਹਾ ਸੀ, ਹਾਲਾਂ ਮੈਂ ਉਸਤਾਦ ਦਾਮਨ ਦੀਆਂ ਨਜ਼ਮਾਂ ਸ਼ੇਅਰ ਕੀਤੀਆਂ। ਹੁਣ ਫੈਜ਼ ਅਹਿਮਦ ਫੈਜ਼ ਬਹੁਤ ਵੱਡਾ ਨਾਂ ਹੈ ਉਰਦੂ ਪੋਇਟਰੀ ਦੇ ਵਿੱਚ। ਜੇ 20ਵੀਂ ਸਦੀ ਦਾ ਅਲਾਮਾ ਇਕਬਾਲ ਤੋਂ ਬਾਅਦ ਕਿਸੇ ਦਾ ਨਾਂ ਹੈ ਤੇ ਫੈਜ਼ ਅਹਿਮਦ ਫੈਜ਼ ਹੈ। ਹਾਲਾਂ ਅਕਸਰ ਇਹ ਕਿਹਾ ਜਾਂਦਾ ਵੀ ਹਰ ਸਦੀ ਦਾ ਇੱਕ ਆਪਣਾ ਸ਼ਾਇਰ ਹੁੰਦਾ। ਜੇ ਅਲਾਮਾ ਇਕਬਾਲ ਨਾ ਹੁੰਦਾ ਤੇ ਫੈਜ਼ ਅਹਿਮਦ ਫੈਜ਼ 20ਵੀਂ ਸਦੀ ਦਾ ਵੱਡਾ ਸ਼ਾਇਰ ਹੁੰਦਾ। ਜਿਵੇਂ ਜੇ ਤੁਸੀਂ ਗਾਲਬ ਜਿਸ ਦੌਰ 'ਚ ਹੋਇਆ ਉਸੇ ਦੌਰ 'ਚ ਮੀਰ ਤੱਕੀ ਮੀਰ ਵੀ ਹੋਇਆ, ਬਹੁਤ ਵੱਡਾ ਸ਼ਾਇਰ ਹੈ। ਇਹ ਕਿਹਾ ਜਾਂਦਾ ਕਿ ਵੀ ਜੇ ਗਾਲਿਬ ਇੰਨਾ ਡੋਮੀਨੇਟਿੰਗ ਨਾ ਹੁੰਦਾ ਤੇ ਮੀਰ ਤੱਕੀ ਮੀਰ ਉਸ ਸਦੀ ਦਾ ਸ਼ਾਇਰ ਹੁੰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੈਜ਼ ਅਹਿਮਦ ਫੈਜ਼ ਬਹੁਤ ਵੱਡੇ ਉਰਦੂ ਦੇ ਸ਼ਾਇਰ ਔਰ ਪੰਜਾਬੀ ਜੱਟ ਪਰਿਵਾਰ ਦੇ ਨਾਲ ਉਹਨਾਂ ਦਾ ਤਾਲੁਕ ਔਰ ਉਹਨਾਂ ਦੀਆਂ ਨਜ਼ਰ, ਕਿਉਂਕਿ ਬਹੁਤਿਆਂ ਨੂੰ ਲੱਗਦਾ ਵੀ ਫੈਜ਼ ਅਹਿਮਦ ਫੈਜ਼ ਨੇ ਸਿਰਫ ਉਰਦੂ ਦੇ ਵਿੱਚ ਹੀ ਲਿਖਿਆ। ਹਾਲਾਂ BBC ਦੇ ਨੇ ਇੱਕ ਵਾਰੀ ਉਹਨੂੰ ਇੰਟਰਵਿਊ ਕੀਤਾ, ਉਹਨਾਂ ਦੀ ਇੱਕ ਸਰਵਿਸ ਨੇ, ਕਿ ਵੀ ਤੁਸੀਂ ਪੰਜਾਬ ਦੀ ਮਿੱਟੀ ਦੇ ਪੁੱਤਰ ਹੋ, ਤੁਸੀਂ ਪੰਜਾਬੀ ਦੇ ਵਿੱਚ ਕਿਉਂ ਨਹੀਂ ਸ਼ਾਇਰੀ ਕੀਤੀ, ਇਹ ਤੁਸੀਂ ਉਰਦੂ ਨੂੰ ਕਿਉਂ ਚੁਣਿਆ। ਹਾਲਾਂ ਉਹਨਾਂ ਦਾ ਜਵਾਬ ਜਿਹੜਾ ਉਹ ਬੜਾ ਕਲੀਅਰ ਸੀ। ਉਹਨਾਂ ਨੇ ਕਿਹਾ ਵੀ ਜਦੋਂ ਮੈਂ ਗਾਲਬ ਨੂੰ ਦੇਖਿਆ ਤੇ ਗਾਲਬ ਨੂੰ ਪੜ੍ਹਿਆ ਤੇ ਮੈਨੂੰ ਲੱਗਾ ਵੀ ਮੈਂ ਗਾਲਬ ਨੂੰ ਟੱਕਰ ਦੇ ਸਕਦਾ।
ਪਰ ਜਦੋਂ ਮੈਂ ਵਾਰਿਸ ਸ਼ਾਹ ਨੂੰ ਪੜ੍ਹਿਆ, ਵਾਰਿਸ ਸ਼ਾਹ ਨੂੰ ਦੇਖਿਆ, ਮੈਂ ਕਿਹਾ ਵੀ ਇਹ ਤਾਂ ਬੜਾ ਘੈਂਟ ਬਾਬਾ ਹੈ, ਇਹਦੇ ਮੁਕਾਬਲੇ ਮੈਂ ਨਹੀਂ ਖਲੋ ਸਕਦਾ। ਹਾਲਾਂ ਚਲੋ ਇਹ ਉਹਨਾਂ ਦੀ ਕਨਵਿਕਸ਼ਨ ਸੀ ਜਾਂ ਕਿਵੇਂ ਉਹਨਾਂ ਨੇ ਜਸਟੀਫਾਈ ਕੀਤਾ ਆਪਣੇ ਆਪ ਨੂੰ, ਪਰ ਮੈਨੂੰ ਇਹ ਵੀ ਖੁਸ਼ੀ ਹੈ ਵੀ ਉਹਨਾਂ ਨੇ ਕੁਛ ਨਾ ਕੁਛ ਨਜ਼ਮਾਂ ਸ਼ਾਇਦ ਇਸ ਇੰਟਰਵਿਊ ਤੋਂ ਬਾਅਦ ਹੀ ਲਿਖੀਆਂ ਹੋਣ ਜਾਂ ਦੂਜਾ ਪੰਜਾਬੀ 'ਚ ਵੀ ਲਿਖੀਆਂ। ਔਰ ਉਹਨਾਂ ਦੀਆਂ ਜਿਹੜੀਆਂ 2 ਨਜ਼ਮਾਂ ਜਿਹੜੀਆਂ, ਇੱਕ ਤਾਂ ਉਹਨਾਂ ਦਾ ਰੱਬ ਦੇ ਉੱਤੇ ਸ਼ਿਕਵਾ ਹੈ ਕਿ ਵੀ ਇਹ ਜਿਹੜਾ ਧੱਕਾ ਹੁੰਦਾ ਹੈ, ਜ਼ੁਲਮ ਹੁੰਦਾ ਹੈ, ਇਹ ਸਾਰੇ 'ਚੋਂ ਤੁਸੀਂ ਉਹਨੇ ਆਧਾਰਤਾ ਬਣਾਇਆ ਉਸ ਕਹਾਣੀ ਨੂੰ ਆਦਮ ਐਂਡ ਈਵ ਦੀ ਕਿ ਵੀ ਜਿਹਦੇ 'ਚ ਕਿਵੇਂ ਰੱਬ ਨੇ ਬੰਦੇ ਨੂੰ ਬਣਾਇਆ ਔਰ ਬੰਦੇ ਦੇ ਉੱਤੇ ਇੰਨਾ ਈਮਾਨ ਰੱਖਿਆ। ਪਰ ਮੈਂ ਉਹ ਵੀ ਸਾਂਝੀ ਕਰਾਂਗਾ ਰੱਬਾ ਸੱਚਿਆ ਦੇ ਥੱਲੇ, ਤੇ ਇੱਕ ਤਰਾਨਾ ਪੰਜਾਬੀ ਕਿਸਾਨ ਦੇ ਲਈ, ਕਿਉਂਕਿ ਕਿਸਾਨ ਸਟਰਗਲ ਹੈ, ਤੇ ਮੈਨੂੰ ਲੱਗਾ ਵੀ ਫੈਜ਼ ਅਹਿਮਦ ਫੈਜ਼ ਨੇ ਜਿਹੜਾ ਚੀਅਰ ਅਪ ਕੀਤਾ ਫਾਰਮਰਸ ਨੂੰ, ਕਿਉਂਕਿ ਇਹ ਉਹੀ ਫੈਜ਼ ਅਹਿਮਦ ਫੈਜ਼ ਨੇ ਜਿਨ੍ਹਾਂ ਦੀ ਨਜ਼ਮ ਜਿੱਥੇ ਵੀ ਕੋਈ ਰੈਵੋਲੂਸ਼ਨ ਹੁੰਦਾ, ਔਰ ਉੱਥੇ ਬੀਜੇਪੀ ਨੇ ਬੜਾ ਰੌਲਾ ਪਾਇਆ ਸੀ ਜਦੋਂ ਸ਼ਾਹੀਨ ਬਾਗ ਔਰ ਦੂਸਰੇ 'ਚ ਸਟੂਡੈਂਟਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੂਜੇ ਮੁਜ਼ਾਹਰਿਆਂ ਵੇਲੇ ਇਹ ਕਰਦੇ ਸੀ। ਇਕਬਾਲ ਬਾਨੋ ਨੇ ਉਹਨੂੰ ਬੜੇ ਅੰਦਾਜ਼ 'ਚ ਗਾਇਆ ਹੋਇਆ ਹੈ ਕਿ ਭਾਈ ਹਮ ਦੇਖेंगे, ਲਾਜ਼ਮ है कि हम भी देखेंगे, जब तख्त गिराए जाएंगे, जब ताज उछाले जाएंगे, हम देखेंगे। ਔਰ ਉਹਨਾਂ ਦੀ ਬਹੁਤ ਮਸ਼ਹੂਰ ਨਜ਼ਮ ਹੈ। ਪਰ ਇਹ ਉਹਨਾਂ ਦੀ ਪਹਿਲਾਂ ਤਾਂ ਰੱਬ ਨੂੰ ਜਿਹੜਾ ਸ਼ਿਕਵਾ ਹੈ, ਰੱਬਾ ਸੱਚਿਆ ਤੂੰ ਤੇ ਆਖਿਆ ਸੀ, ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈ ਤੂੰ। ਰੱਬਾ ਸੱਚਿਆ ਤੂੰ ਤੇ ਆਖਿਆ ਸੀ, ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈ ਤੂੰ। ਸਾਡੀਆਂ ਨਿਮਤਾਂ ਤੇਰੀਆਂ ਦੌਲਤਾਂ ਨੇ, ਸਾਡਾ ਨੈਬ ਤੇ ਆਲੀ ਜਾਂ ਹੈ ਤੂੰ। ਇਸ ਲਾਰੇ ਤੇ ਟੋਰ ਕਦ ਪੁੱਛਿਆ ਈ, ਕਿ ਇਸ ਨਿਮਾਣੇ ਤੇ ਬੀਤੀਆਂ ਨੇ, ਕਦੀ ਸਾਰ ਵੀ ਲਈਓ ਰੱਬ ਸਾਈਆਂ, ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ। ਕਿਤੇ ਧੌਂਸ ਪੁਲਿਸ ਸਰਕਾਰ ਦੀ ਏ, ਕਿਤੇ ਧਾਂਦਲੀ ਮਾਲ ਪਟਵਾਰ ਦੀ ਏ, ਪਟਵਾਰੀ ਨਹੀਂ ਛਿੜਦੇ ਨੇ। ਕਿਤੇ ਧੌਂਸ ਪੁਲਿਸ ਸਰਕਾਰ ਦੀ ਏ, ਕਿਤੇ ਧਾਂਦਲੀ ਮਾਲ ਪਟਵਾਰ ਦੀ ਏ। ਐਵੇਂ ਹੱਡਾਂ 'ਚ ਕਲਪੇ ਜਾਨ ਮੇਰੀ, ਜਿਵੇਂ ਫਾਈ 'ਚ ਕੂੰਜ ਕੁਰਲਾਮਦੀ ਏ। ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ, ਪੋਲੇ ਖਾਂਦਿਆਂ ਵਾਰ ਨਾ ਆਉਂਦੀ ਏ। ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ, ਮੈਂ ਤੇ ਇੱਜ਼ਤ ਦਾ ਟੁੱਕੜ ਮੰਗਣਾ ਹਾਂ। ਮੈਨੂੰ ਤਾਂਗ ਨਹੀਂ ਮਹਿਲਾਂ ਮਾੜੀਆਂ ਦੀ, ਮੈਂ ਤੇ ਜੀਵੀ ਦੀ ਨੁੱਕਰ ਮੰਗਣਾ ਹਾਂ। ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ, ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ। ਤੇਰੀ ਸਹੁੰ ਜੇ ਇੱਕ ਵੀ ਗੱਲ ਮੋੜਾਂ, ਜੇ ਇਹ ਮੰਗ ਨਹੀਂ ਪੁੱਜਦੀ ਤੈ ਰੱਬਾ, ਫਿਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾ। ਕਿ ਭਾਈ ਇਹ ਤਾਂ ਦੇ ਇੱਜ਼ਤ ਦਾ ਟੁੱਕੜ ਮੰਗਦਾ। ਜੇ ਕਿਸਾਨਾਂ ਦੀ ਵੀ ਗੱਲ ਕਰੀ, ਔਰ ਫਿਰ ਉਹਨਾਂ ਨੇ ਇੱਕ ਤਰਾਨਾ ਪੰਜਾਬੀ ਕਿਸਾਨ ਦੇ ਨਾਂ, ਇਸ ਗੱਲ ਦਾ ਧਿਆਨ ਰਹੇ ਜਦੋਂ ਜੱਟ ਲਫ਼ਜ਼ ਇਸਤੇਮਾਲ ਹੁੰਦਾ ਹੈ, ਇਹ ਮਹਿਜ਼ ਇੱਕ ਜਾਤੀਵਾਚਕ ਲਫ਼ਜ਼ ਨਹੀਂ ਹੈ, ਕਿਸਾਨਾਂ ਦੇ ਲਈ। ਔਰ ਮੈਂ ਅਕਸਰ ਜਦੋਂ ਬਾਬਾ ਫਰੀਦ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ ਲਗਭਗ ਪੌਣੇ 300 ਸਾਲ ਪਹਿਲਾਂ ਹੋਏ ਨੇ, ਉਹਨਾਂ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਭਾਈ ਜੇ ਜੱਟ ਨੇ ਕਿੱਕਰ ਬੀਜਿਆ ਤੇ ਫਿਰ ਉਹ ਬਿਜੌੜ ਦੀਆਂ ਦਾਖਾਂ ਅੰਗੂਰ ਨਾ ਲੱਭੇ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ, ਕਿੱਕਰ ਬੀਜ ਕੇ ਤੁਹਾਨੂੰ ਅੰਗੂਰ ਨਹੀਂ ਮਿਲਣੇ। ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਪੱਟ ਰੇਸ਼ਮ ਨੂੰ ਕਹਿੰਦੇ ਨੇ, ਸਿਲਕ। ਉਦੋਂ ਵੀ ਸਿਲਕ ਜਿਹੜਾ ਉਹ ਚਾਈਨਾ ਦਾ ਬੜਾ ਮਸ਼ਹੂਰ ਸੀ, 800 ਸਾਲ ਪਹਿਲੇ ਦੀ ਗੱਲ ਹੈ। ਉਹਨਾਂ ਨੇ ਕਿਹਾ ਵੀ ਉਨ ਕੱਤੀ ਹੋਈ ਹੈ, ਉਨ ਤੁਸੀਂ ਕੱਤ ਰਹੇ ਹੋ, ਤੇ ਉਹਦੇ ਚੋਂ ਰੇਸ਼ਮ ਦੇ ਕੱਪੜੇ ਤਾਂ ਨਹੀਂ ਬਣਨੇ, ਉਹਦੇ ਚੋਂ ਉਨ ਦਾ ਹੀ ਬਣੇਗਾ। ਔਰ ਇਸੇ ਤਰ੍ਹਾਂ ਅਸੀਂ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ ਕਿ ਕਿਰਸਾਣੀ, ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਪਿਛਲੇ ਸੈਗਮੈਂਟਸ ਕਿ ਵੀ 9 ਮੁਲਕਾਂ ਦੇ ਵਿੱਚ ਇਸ ਵੇਲੇ ਯੂਰਪ ਦੇ, ਜਿਨ੍ਹਾਂ 'ਚ ਪੋਲੈਂਡ, ਫਰਾਂਸ, ਜਰਮਨੀ, ਗ੍ਰੀਸ, ਕਿਸਾਨ ਟਰੈਕਟਰਾਂ ਨਾਲ ਰਾਜਧਾਨੀਆਂ ਨੂੰ ਉਹਨਾਂ ਨੇ ਆ ਕੇ ਘੇਰਿਆ ਹੋਇਆ। ਇਹ ਹਰ ਥਾਂ ਹੀ ਮੰਦਹਾਲੀ ਹੈ। ਪਰ ਜਿਸ ਪਾਸੇ ਵਾਲੇ ਮੋਦੀ, ਅਮਿਤ ਸ਼ਾਹ ਔਰ ਇਹਨਾਂ ਦੇ ਯਾਰ ਅੰਬਾਨੀ, ਅਡਾਨੀ ਲੈ ਕੇ ਜਾ ਰਹੇ ਨੇ, ਬੜੇ ਬੜੇ ਸਾਈਲੋ ਬਣਾ ਕੇ ਬੈਠੇ ਨੇ ਪੰਜਾਬ। ਪਹਿਲਾਂ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ ਖੋਣਾ ਚਾਹੁੰਦੇ ਸੀ, ਹੁਣ ਕੰਟਰੈਕਟ ਫਾਰਮਿੰਗ ਦਾ ਇੱਕ ਨਵਾਂ ਰੂਪ ਕਿ ਜੀ ਤੁਸੀਂ ਕੋਈ MSP ਅਸੀਂ ਨਹੀਂ ਦੇਣੀ,
ਜਿਹੜੀਆਂ 5 ਫਸਲਾਂ ਦੇ ਉੱਤੇ 5 ਸਾਲ ਦਾ ਜਿਹੜਾ ਅਸੀਂ ਗਾਰੰਟੀ ਉਹ ਵੀ ਉਹਨਾਂ ਨੂੰ ਲਿਆ ਕੇ ਵਿੱਚ ਬਿਠਾ ਕੇ ਬਾਣੀਏ ਦੇਣਗੇ ਗਾਰੰਟੀ। ਸੋ ਇਹਨਾਂ ਦਾ ਪੰਜਾਬੀ ਕਿਸਾਨ ਦੇ ਲਈ ਹੈ ਇੱਕ ਤਰਾਨਾ, ਪੰਜਾਬੀ ਕਿਸਾਨ ਦੇ ਲਈ। ਉੱਠ ਉਤਾਂ ਨੂੰ ਜੱਟਾ ਮਰਦਾ ਕਿਉਂ ਜਾਣੈ, ਭੁੱਲਿਆ ਤੂੰ ਜੱਗ ਦਾ ਅੰਨਦਾਤਾ, ਤੇਰੀ ਬਾਂਦੀ ਧਰਤੀ ਮਾਤਾ। ਉੱਠ ਉਤਾਂ ਨੂੰ ਜੱਟਾ ਮਰਦਾ ਕਿਉਂ ਜਾਣੈ, ਭੁੱਲਿਆ ਤੂੰ ਜੱਗ ਦਾ ਅੰਨਦਾਤਾ, ਤੇਰੀ ਬਾਂਦੀ ਧਰਤੀ ਮਾਤਾ। ਤੂੰ ਜੱਗ ਦਾ ਪਾਲਣਹਾਰ ਹੈ, ਤੂੰ ਮਰਦਾ ਕਿਉਂ ਜਾਣੈ, ਤੂੰ ਜੱਗ ਦਾ ਪਾਲਣਹਾਰ ਹੈ ਤੇ ਮਰਦਾ ਕਿਉਂ ਜਾਣੈ। ਉੱਠ ਉਤਾਂ ਨੂੰ ਜੱਟਾ ਮਰਦਾ ਕਿਉਂ ਜਾਣੈ। ਜਰਨਲ, ਕਰਨਲ, ਸੂਬੇਦਾਰ, ਡਿਪਟੀ ਡੀਸੀ, ਥਾਣੇਦਾਰ, ਸਾਰੇ ਤੇਰਾ ਦਿੱਤਾ ਖਾਵਣ। ਤੂੰ ਜੇ ਨਾ ਬੀਜੇ, ਤੂੰ ਜੇ ਨਾ ਗਾਵੇਂ, ਭੁੱਖੇ ਭਾਣੇ ਸਭ ਮਰ ਜਾਵਣ। ਜਰਨਲ, ਕਰਨਲ, ਸੂਬੇਦਾਰ, ਡਿਪਟੀ ਡੀਸੀ, ਥਾਣੇਦਾਰ, ਸਾਰੇ ਤੇਰਾ ਦਿੱਤਾ ਖਾਵਣ। ਤੂੰ ਜੇ ਨਾ ਬੀਜੇ, ਤੂੰ ਜੇ ਨਾ ਗਾਵੇਂ, ਭੁੱਖੇ ਭਾਣੇ ਸਭ ਮਰ ਜਾਵਣ। ਇਹ ਚਾਕਰ ਤੂੰ ਸਰਕਾਰ ਮਰਦਾ ਕਿਉਂ ਜਾਣੈ। ਉੱਠ ਉਤਾਂ ਨੂੰ ਜੱਟਾ ਮਰਦਾ ਕਿਉਂ ਜਾਣੈ। ਵਿੱਚ ਕਚਹਿਰੀ ਚੁੰਗੀ ਥਾਣੇ, ਕੀ ਅਨਭੋਲ ਤੇ ਕੀ ਸਿਆਣੇ, ਕੀ ਅਸ਼ਰਾਫ ਤੇ ਕੀ ਨਮਾਣੇ, ਸਾਰੇ ਖੱਜਲ ਖੁਆਰ। ਹੁਣ ਇਹ ਅਸ਼ਰਾਫ ਹੁੰਦੇ ਨੇ ਜਿਹੜਾ ਅਮੀਰ ਸੈਕਸ਼ਨ ਹੈ ਐਲੀਟ ਸੁਸਾਇਟੀ ਦਾ, ਔਰ ਨਮਾਣੇ ਜਿਹੜੇ ਡਾਊਨ ਟਰੋਡਨ ਆਮ ਵਿਚਾਰੇ ਗਰੀਬ। ਉਹਨਾਂ ਨੇ ਕਿਹਾ ਵਿੱਚ ਕਚਹਿਰੀ ਚੁੰਗੀ ਥਾਣੇ, ਕੀ ਅਨਭੋਲ ਤੇ ਕੀ ਸਿਆਣੇ, ਕੀ ਅਸ਼ਰਾਫ ਤੇ ਕੀ ਨਮਾਣੇ, ਸਾਰੇ ਖੱਜਲ ਖੁਆਰ, ਮਰਦਾ ਕਿਉਂ ਜਾਣੈ। ਉੱਠ ਉਤਾਂ ਨੂੰ ਜੱਟਾ ਏਕਾ ਕਰ ਲੋ ਹੋ ਜਾਓ ਇਕੱਠੇ। ਏਕਾ ਕਰ ਲੋ ਹੋ ਜਾਓ ਇਕੱਠੇ, ਭੁੱਲ ਜੋ ਰੰਗੜ ਚੀਮੇ ਚੱਠੇ। ਇਹ ਵੀ ਲਹਿੰਦੇ ਪੰਜਾਬ 'ਚ ਵੀ ਇਹੀ ਗੋਤਾਂ ਵੀ ਨੇ। ਏਕਾ ਕਰ ਲੋ ਹੋ ਜਾਓ ਇਕੱਠੇ, ਭੁੱਲ ਜੋ ਰੰਗੜ ਚੀਮੇ ਚੱਠੇ, ਸਭੇ ਦਾ ਇੱਕੋ ਪਰਿਵਾਰ, ਮਰਦਾ ਕਿਉਂ ਜਾਣੈ। ਜੇ ਚੜ ਆਵਣ ਫੌਜਾਂ ਵਾਲੇ, ਤੂੰ ਵੀ ਛਵੀਆਂ ਲੰਬ ਕਰਾ ਲੈ, ਤੇਰਾ ਹੱਕ ਤੇਰੀ ਤਲਵਾਰ, ਮਰਦਾ ਕਿਉਂ ਜਾਣੈ। ਇਹ ਫਾਈਨਲ ਕਾਲ ਹੈ ਕਿਉਂਕਿ ਰੈਵੋਲੂਸ਼ਨਰੀ ਸ਼ਾਇਰ ਸੀ ਕਿ ਬਈ ਐਵੇਂ ਦੱਬ ਘੁੱਟ ਕੇ ਤੇ ਐਵੇਂ ਕਰਨ ਦਾ ਜੇ ਹੁਣ ਉਹਨਾਂ ਹਮਰਾਵਰ ਹੋਣਾ ਤੇ ਫਿਰ ਤੁਸੀਂ ਵੀ ਆਪਣੀਆਂ ਛਵੀਆਂ ਡਾਂਗਾ ਔਰ ਦੂਜੇ ਜਿਹੜਾ ਅਸਲਾ ਤਿਆਰ ਰੱਖੋ। ਇਵੇਂ ਜਿਹੜਾ ਉਤਾਂ ਨੂੰ ਉੱਠੋ, ਥੱਲੇ ਨੂੰ ਨਹੀਂ ਜਾਣਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਠੀਕ ਹੈ, ਉਹਨਾਂ ਨੇ ਲਾਈਵ ਐਮਨੀਸ਼ਨ ਵੀ ਚਲਾ ਲਿਆ, ਟੀਅਰ ਗੈਸ ਵੀ ਵਰਤ ਲਈ, ਗਾਲਾਂ ਵੀ ਕੱਢ ਲਈਆਂ, ਬੰਦੇ ਵੀ ਚੁੱਕ ਕੇ ਲੈ ਗਏ, ਲੱਤਾਂ ਬਾਹਾਂ ਵੀ ਤੋੜ ਦਿੱਤੀਆਂ। ਹੁਣ ਉੱਥੋਂ ਵਾਲੇ ਵੀ ਦੇਖਣ ਕਿ ਕਿੰਨੀ ਕੁ ਦੇਰ ਸ਼ਾਂਤੀ 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 ਕਰਨੀ ਹੈ। ਸੰਤ ਪਿੰਡਾਲਿਆਂ ਦੇ ਉਹ ਬੜੇ ਪਿਆਰੇ ਅਲਫਾਜ਼ ਨੇ, ਉਹਨਾਂ ਨੇ ਕਹਿਣਾ ਵੀ ਜਦੋਂ ਦੇਖੋ, ਕਹਿੰਦੇ ਵੀ 47 ਤੋਂ ਲੈ ਕੇ 84 ਤੱਕ 37 ਸਾਲ ਹੋ ਗਏ ਸ਼ਾਂਤੀ ਸ਼ਾਂਤੀ ਕਰੀ ਜਾਂਦੇ ਨੇ। ਉਹ ਸ਼ਾਂਤੀ ਹੁਣ 37 ਸਾਲਾਂ ਦੀ ਹੋ ਗਈ, ਵਿਆਹੋ ਵੀ ਇਹਨੂੰ, ਹੁਣ ਮਗਰੋਂ ਲਾਓ ਇਹਨੂੰ। ਆ ਵੀ ਹੁਣ ਕਦੋਂ ਤੱਕ ਸ਼ਾਂਤੀ ਕਰੋਗੇ। ਸ਼ਾਂਤੀ ਕਰਾਂਗੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।